जय जनेन्द्र। आत्मा चैनल देख रहे सभी दर्शकों का स्वागत है। मैं एकता सिंगला। आइए एक नज़र डालते हैं आज के धार्मिक एवं सामाजिक समाचारों पर। दोस्तों, हम लोग आपको रोज़ जैन धर्म के ऐसे तथ्यों के बारे में बताते हैं जिन्हें साइंस भी सही मानता है। ऐसे 15 तथ्य हैं और इन 15 तथ्यों में से हम आपको 4 के बारे में बता चुके हैं और आज हम बात करेंगे 5वें तथ्य की। उससे पहले आप भी इन 4 तथ्यों को देखकर आप भी समझ गए होंगे कि जैन धर्म हर किसी जीव के बारे में सोचता है, किसी भी जीव को कष्ट ना हो उस पर आधारित है जैन धर्म। अब बात करते हैं 5वें तथ्य की और 5वां तथ्य है व्रत। जैन धर्म में व्रत का विशेष महत्व दिया गया है। जैन धर्म के लोग कई विशेष दिन व्रत रखते हैं और बहुत से जैन लोग केवल एक समय भोजन ग्रहण करते हैं। विज्ञान भी इसको बिल्कुल सही मानता है। विज्ञान कहता है कि अगर हम हफ्ते के 7 दिन में से 1 या 2 दिन का व्रत रखें तो हमारा शरीर बिल्कुल स्वस्थ रहेगा और रोग बिल्कुल भी नहीं रहेंगे। आत्मा ब्यूरो की रिपोर्ट। आज लुधियाना के जॉन डी म्यूनिसिपल कॉरपोरेशन के दफ्तर में काउंसलर ममता आशु, मेयर बलकार सिंह सिद्धू, म्यूनिसिपल कॉरपोरेशन कमिश्नर प्रदीप कुमार सब्बरवाल ने एक प्रेस वार्ता का आयोजन किया। इस प्रेस वार्ता का विषय था कोविड। उन्होंने कोविड के प्रबंधों के बारे में जानकारी दी। उन्होंने बताया कि सरकार किस तरह से लुधियाना का प्रशासन कोविड के चलते काम कर रहा है। उन्होंने बताया कि किस तरह से कोविड से मरने वाले मरीजों का दाह संस्कार के लिए प्रशासन प्रबंध कर रहा है। लुधियाना में लगभग 3500 व्यक्ति होम क्वारंटीन हैं। उन्हें अगर किसी भी तरह की मदद की ज़रूरत होगी तो प्रशासन ने 3 हेल्पलाइन नंबर जारी किए हैं और लोगों से कोरोना महामारी के चलते कोरोना के नियमों की पालना करने की अपील भी की है। उन्होंने मीडिया से पूछे गए सवालों के जवाब भी दिए। आइए दिखाते हैं उस प्रेस वार्ता की कुछ झलकियां। ਸਾਡੇ ਨਾਲ ਮੌਜੂਦ ਨੇ ਮਮਤਾ ਆਸ਼ੂ ਜੀ ਤੇ ਗੱਲ ਕਰਦੇ ਉਹਨਾਂ ਨਾਲ। ਮੈਮ ਕੀ ਹਾਲਾਤ ਨੇ ਲੁਧਿਆਣੇ ਦੇ ਕਿ ਲੁਧਿਆਣਾ ਵੀ ਕਿ ਦਿੱਲੀ 'ਚ ਤਬਦੀਲ ਹੁੰਦਾ ਦਿਖਾਈ ਦੇ ਰਿਹਾ? ਦੇਖੋ ਪਰਮਾਤਮਾ ਅੱਗੇ ਅਰਦਾਸ ਹੀ ਹੈ ਕਿ ਲੁਧਿਆਣਾ ਦਿੱਲੀ ਵਿੱਚ ਤਬਦੀਲ ਨਾ ਹੋਵੇ। ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ, ਸਾਡੀ ਕਾਰਪੋਰੇਸ਼ਨ ਪੱਬਾਂ ਭਾਰ ਹੈਗੀ ਹੈ। ਕਿਸੇ ਨੂੰ ਵੀ ਕੋਈ ਐਸੀ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਤੇ ਸਿਰਫ ਸੁਸਾਇਟੀ ਨੂੰ, ਸਾਰੇ ਲੁਧਿਆਣਾ ਵਾਸੀਆਂ ਨੂੰ ਇੱਕ ਅਪੀਲ ਹੈਗੀ ਹੈ ਕਿ ਜੋ ਕੋਵਿਡ ਦੀ ਗਾਈਡਲਾਈਨਸ ਹੈ ਉਹਨਾਂ ਦੀ ਪਾਲਣਾ ਕਰਨ, ਕਿਤੇ ਰਸ਼ ਨਾ ਕਰਨ ਔਰ ਜਿੱਥੇ ਜਿੱਥੇ ਕੋਵਿਡ ਸੈਂਟਰਸ ਦੇ ਵਿੱਚ ਵੈਕਸੀਨੇਸ਼ਨ ਦੇ ਕੈਂਪ ਲੱਗੇ ਹੋਏ ਆ ਉੱਥੇ ਆਪਣੇ ਵੈਕਸੀਨੇਸ਼ਨ ਜ਼ਰੂਰ ਕਰਵਾਉਣ। ਵੈਕਸੀਨ ਲੱਗਣ ਤੋਂ ਬਾਅਦ ਵੀ ਜੇ ਤੁਹਾਨੂੰ ਕੋਵਿਡ ਹੁੰਦਾ ਹੈ ਤਾਂ ਤੁਸੀਂ ਉਸ ਸਟੇਜ 'ਤੇ ਨਹੀਂ ਪਹੁੰਚਦੇ ਕਿ ਉਹ ਤੁਹਾਨੂੰ ਹਾਰਮ ਕਰੇ। ਤੁਹਾਡੀ ਜਾਨ ਦੀ ਪੂਰੀ ਗਰੰਟੀ ਰਹਿੰਦੀ ਹੈਗੀ ਹੈ। ਸੋ ਲੁਧਿਆਣਾ ਅਰਦਾਸ ਹੀ ਹੈ ਕਿ ਦੂਜਾ ਦਿੱਲੀ ਨਹੀਂ ਬਣਨ ਦੇਵਾਂਗੇ। ਤੇ ਮੈਮ ਜਿਵੇਂ ਹੁਣੀ ਤੁਸੀਂ ਕਿਹਾ ਕਿ ਕੋਵਿਡ ਦੇ ਇਨਸਟਰਕਸ਼ਨਸ ਨੂੰ ਫੋਲੋ ਕਰਨਾ ਚਾਹੀਦਾ, ਬਟ ਇਸੇ ਆਫਿਸ ਦੇ ਨੀਚੇ ਜੋ ਕੋਵਿਡ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਅਸੀਂ ਹੁਣੀ ਸ਼ੂਟ ਕਰਕੇ ਆਏ ਹਾਂ, ਉੱਥੇ ਕੋਈ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਇਸ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਸਾਡੇ ਕਾਰਪੋਰੇਸ਼ਨ ਦੇ ਜਿਹੜੇ ਇੰਪਲੋਈਜ਼ ਹੈ ਉਹਨਾਂ ਵੱਲੋਂ ਸੋਸ਼ਲ ਡਿਸਟੈਂਸ ਦਾ ਪੂਰਾ ਪਾਲਨ ਕੀਤਾ ਜਾ ਰਿਹਾ ਹੈਗਾ ਆ। ਜਿਹੜੇ ਉੱਥੇ ਮੈਂ ਜਦੋਂ ਆਈ ਉਦੋਂ ਵੀ ਲਾਈਨ ਲੱਗੀ ਹੋਈ ਸੀਗੀ। ਨੀਚੇ ਸਾਡੇ ਇੰਪਲੋਈਜ਼ ਲਈ ਕੈਂਪ ਲੱਗਿਆ ਹੋਇਆ ਹੈਗਾ ਵੈਕਸੀਨੇਸ਼ਨ ਦਾ। ਉੱਥੇ ਡਾਕਟਰ ਨੇ ਜਾਂ ਕਿਸੇ ਨੇ ਵੀ ਉੱਥੇ ਕੋਈ NGOs ਵਾਲੇ ਭੇਜਦੇ ਕਿ ਤੁਸੀਂ ਉੱਥੇ ਜਾ ਕੇ ਵੈਕਸੀਨ ਲਗਵਾ ਲਓ। ਸਾਡੇ ਕਮਿਸ਼ਨਰ ਸਰ ਨੇ ਉਹਨਾਂ ਨੂੰ ਵੀ ਮਨਾ ਕਰਤਾ ਕਿ ਜਾ ਕੇ ਸੈਂਟਰ 'ਚ ਲਗਾਓ ਔਰ ਪੂਰੇ ਆਪਣੇ ਡਿਸਟੈਂਸ 'ਤੇ ਖੜੇ ਹੋ ਕੇ ਕਰੋ। ਉਹਨੂੰ ਵੀ ਦੂਰ ਕਰ ਦਿੱਤਾ ਹੈਗਾ। ਮੈਮ ਤੇ ਇੱਕ ਚੀਜ਼ ਲੋਕਾਂ ਨੂੰ ਕਲੀਅਰ ਨਹੀਂ ਹੋ ਰਹੀ ਕਿ ਅਸੈਂਸ਼ੀਅਲ ਗੁੱਡਸ ਦੇ ਵਿੱਚ, ਅਸੈਂਸ਼ੀਅਲ ਸ਼ਾਪਸ ਦੇ ਵਿੱਚ ਕਿਹੜੀਆਂ ਸ਼ਾਪਸ ਆ ਰਹੀਆਂ ਨੇ ਜਾਂ ਕਿਹੜੀਆਂ ਨਹੀਂ ਆ ਰਹੀਆਂ, ਕਿਉਂਕਿ ਕਈ ਲੋਕਾਂ ਦੇ ਬਾਰ-ਬਾਰ ਸਾਨੂੰ ਸਵਾਲ ਆ ਰਹੇ ਨੇ ਕਿ ਸਾਡੀ ਸ਼ਾਪ ਕੀ ਅਸੈਂਸ਼ੀਅਲਸ 'ਚ ਆਉਂਦੀ ਹੈ ਜਾਂ ਨਹੀਂ ਆਉਂਦੀ। ਇਹ ਕਲੈਰਿਟੀ ਕਿਉਂ ਨਹੀਂ ਹੋ ਰਹੀ ਲੋਕਾਂ ਨੂੰ? ਦੇਖੋ ਅੱਜ ਦੀ ਜਿਹੜੀ ਡੇਟ ਹੈ ਕੋਵਿਡ ਦੀ ਸਿਚੁਏਸ਼ਨ ਸੈਕਿੰਡ ਸਟ੍ਰੇਨ ਦੀ ਚੱਲ ਰਹੀ ਹੈ। ਤੁਸੀਂ ਬਾਰ-ਬਾਰ ਪੁੱਛ ਰਹੇ ਹੋ ਕਿ ਲੁਧਿਆਣਾ ਦੂਜਾ ਦਿੱਲੀ ਤਾਂ ਨਹੀਂ ਬਣੇਗਾ, ਤੇ ਸਭ ਤੋਂ ਐਸੈਂਸ਼ੀਅਲ ਤਾਂ ਜਾਨ ਹੈ। ਜੇ ਤੁਸੀਂ ਹੈ ਤਾਂ ਤੁਸੀਂ ਵਪਾਰ ਕਰ ਪਾਉਂਦੇ ਹੋ, ਨਹੀਂ ਹੋ ਤਾਂ ਵਪਾਰ ਨਹੀਂ ਕਰ ਪਾਉਂਦੇ ਹੋ। DC ਸਰ ਦੀਆਂ, ਸੈਂਟਰ ਗੌਰਮੈਂਟ ਦੀਆਂ ਔਰ ਸਟੇਟ ਗੌਰਮੈਂਟ ਦੀਆਂ ਬੜੀਆਂ ਕਲੀਅਰ ਗਾਈਡਲਾਈਨਸ ਹੈ ਕਿ ਕਿਹੜੀ ਚੀਜ਼ ਅਸੈਂਸ਼ੀਅਲ ਹੈ, ਕਿਹੜੀ ਨਹੀਂ ਹੈ। ਤੁਸੀਂ ਉਹਨੂੰ ਘੁਮਾ ਫਿਰਾ ਕੇ ਜਿਸ ਤਰ੍ਹਾਂ ਮਰਜ਼ੀ ਕਰ ਲਓ। ਇਹ ਸਿਰਫ ਇਹ ਹੈ ਕਿ ਤੁਸੀਂ ਉਹਨੂੰ ਕਿਸ ਤੱਕ ਲੈਂਦੇ ਹੋ। ਹਰ ਚੀਜ਼ ਦੀ ਅੱਜ ਦੀ ਡੇਟ 'ਚ ਹੋਮ ਡਿਲੀਵਰੀ ਹੋ ਸਕਦੀ ਹੈ। ਤੁਸੀਂ ਅਗਲੇ ਦੇ ਕਲਾਇੰਟ ਦੇ ਘਰ ਤੱਕ ਵੀ ਪਹੁੰਚਾ ਸਕਦੇ ਹੋ। ਤੁਹਾਡਾ ਸਿਸਟਮ ਵੀ ਨਹੀਂ ਖਰਾਬ ਹੋਏਗਾ ਔਰ ਤੁਹਾਡਾ ਵਪਾਰ ਵੀ ਚੱਲੀ ਜਾਏਗਾ। ਗੱਲ ਆ ਜਾਂਦੀ ਹੈ ਕਿ ਇਹ ਤਾਂ ਜੀ ਅਸੈਂਸ਼ੀਅਲ ਗੁੱਡਸ 'ਚ ਆਉਂਦੇ ਆ, ਚਾਹੇ ਸੀਮੈਂਟ ਬਜਰੀ ਵਾਲੇ ਆ ਜਾਂ ਟਾਇਰਸ ਵਾਲੇ ਆ ਜਾਂ ਲੋਹੇ ਵਾਲੇ ਹੈਗੇ ਆ। ਪਰ ਜੇ ਉਹ ਲੋਕ ਉੱਥੇ ਇਕੱਠ ਕਰਕੇ ਰੱਖਦੇ ਆ, ਜ਼ਿਆਦਾ ਬੰਦਿਆਂ ਦੀ ਭੀੜ ਪਾ ਕੇ ਰੱਖਦੇ ਆ, ਤਾਂ ਪੁਲਿਸ ਦੇ ਕੋਲ ਇਹ ਵੀ ਅਖਤਿਆਰ ਹੈਗਾ ਕਿ ਉਹਨਾਂ ਦੀ ਸ਼ਾਪਸ ਵੀ ਬੰਦ ਕਰਵਾ ਦੇਣ। ਜਿਹੜੇ ਦੁਕਾਨਦਾਰ प्रॉपर गाइडलाइंस का नॉर्म करके चलणगे उन्हां दी डिस्ट्रिक्ट एडमिनिस्ट्रेशन पूरी मदद करेगा। लुधियाना से कैमरामैन विकास के साथ एकता की रिपोर्ट। आज लुधियाना के चौड़ा बाजार में कपड़ा व्यापारियों द्वारा रोष प्रदर्शन किया गया। रोष प्रदर्शन में उन्होंने कहा कि या तो सरकार पूरी तरह से लॉकडाउन लगा दे या फिर हमें भी दुकानें खोलने की परमिशन दे दे,
क्योंकि हमें भी अपने बच्चों का पालन पोषण करना है, हमें भी घर चलाना है। बाजार में भीड़ पहले की तरह ही रहती है। सिर्फ कपड़ा मार्केट बंद करने से कोरोना कम नहीं होगा। अभी भी उतने ही केसेस आ रहे हैं जितने पहले आते थे। तो फिर सिर्फ कपड़े वालों की दुकानें क्यों बंद करवाई जा रही हैं? शराब के ठेके खुल गए हैं क्योंकि सरकार को रेवेन्यू चाहिए। पर क्या हम बिना इनकम के अपना गुजारा कर सकते हैं? अगर सरकार नहीं कर सकती तो हम कैसे करें? उन्होंने यह मांग की कि हमें हफ्ते में 5 दिन सुबह 9 बजे से लेकर शाम को 5 बजे तक दुकानें खोलने की परमिशन दी जाए। आइए सुनते हैं क्या कहना है चौड़ा बाजार के दुकानदारों का। प्रधान है उन्होंने गलत रणनीतियां करके ये बाजार बंद हो रहे हैं। वो गलत बयानबाजी कर देंगे। कोरोना बहुत फैल रहा। कोरोना मैडिकल ਦੀਆਂ ਦੁਕਾਨਾਂ ਤੇ देखो कितना रश है, करियाने वाली दुकानों ਤੇ कितना रश है, सब्जी वाली दुकानों ਤੇ कितना रश है, ਜਾਂ ਹੋਰ स्पेयर पार्ट मोबाइल मार्केट ਇਹਨਾਂ ਦੇ रश है। अपना बाजार तो पहले ही 5 घंटे खोल रहा, शनि ਐਤਵਾਰ बंद है। तो यह साडा जिहड़ा कारोबार नहीं होगा, आपां वर्कर नूं पैसे कित्थों देने हैं, बैंक की किस्त कित्थों देनी है, ਜਾਂ ਜਿਹੜੇ ਹੋਰ घर के खर्चे असीं कित्थों चलाने हैं। इन्हां दीयां रणनीतियां 4 बंदे बाजार के मूहरी जिहड़े हैगे आ वो गलत है। वो गलत डिसीजन लैंदे आ। 3000 बंदा ਇੱਥੇ ਵਿਹਲਾ ਘੁੰਮ ਰਿਹਾ। ਕਰੋੜਾਂ ਰੁਪਏ ਦੀਆਂ ਦੁਕਾਨਾਂ ਬਾਹਰ ਸੜਕ ਤੇ ਭਿਖਾਰੀਆਂ ਵਾਂਗੂ ਖੜਾਇਆ ਹੋਇਆ ਸਭ ਨੂੰ। ਕਿਆ ਪ੍ਰਧਾਨ ਤਾਂ ਘਰੋਂ ਹੀ ਨਹੀਂ ਨਿਕਲਦੇ ਕਿਉਂਕਿ ਉਹਨਾਂ ਕੋਲ ਆਪਣੇ ਉਹਨਾਂ ਦੇ ਪੇਟ ਭਰੇ ਹੋਏ ਆ। ਕੋਈ ਆਮ ਬੰਦੇ ਨੂੰ ਤੁਸੀਂ ਪ੍ਰਧਾਨਾਂ ਤੋਂ ਇਲਾਵਾ ਆਮ ਬੰਦੇ ਨਾਲ ਗੱਲ ਕਰਕੇ ਦੇਖੋ ਵੀ ਤੁਸੀਂ ਆਮ ਬੰਦੇ ਕੋ ਕੀ ਕੰਡੀਸ਼ਨ ਹੈ। ਕਿਆ ਔਰ ਕੋ ਸਵੇਰੇ ਰੋਟੀ ਖਾਣ ਜੋਗੇ ਪੈਸੇ ਹੈਗੇ ਆ? ਇਹ ਚੀਜ਼ ਸਰਕਾਰ ਨੂੰ ਅੱਗੇ ਹੱਥ ਜੋੜ ਕੇ ਰਿਕੁਐਸਟ ਹੈ, ਕੁਝ ਟਾਈਮ ਰੈਡੀमेड वाले ਬੰਦਿਆਂ ਨੂੰ ਦੇਣਾ ਚਾਹੀਦਾ ਬਾਜ਼ਾਰ ਖੋਲ੍ਹਣ ਲਈ। लुधियाना से कैमरामैन विकास के साथ एकता की रिपोर्ट। कोविड-19 के बढ़ते मामलों के मद्देनजर पंजाब सरकार ने मिनी लॉकडाउन के साथ शाम 6 बजे से सुबह 5 बजे तक का नाइट कर्फ्यू लगाया है, लेकिन इसके बावजूद बसों वाले अपनी मनमानियां कर रहे हैं। वह सरकार के निर्देशों का पालन न करते हुए सरेआम धज्जियां उड़ाने में लगे हुए हैं। जालंधर में देर रात रामा मंडी चौक के पास उस समय हंगामा हो गया जब टैक्सी यूनियन के लोगों ने दिल्ली जा रही प्राइवेट बस को रुकवाया और पुलिस को बुलाकर उस बस की चेकिंग करवाई। तो उसमें 80 से ज़्यादा लोग खचाखच भरे पड़े थे। बस में सफ़र कर रहे प्रवासी लोगों ने आरोप लगाए कि बस वालों ने उनके साथ मारपीट की और उनसे जबरन ज़्यादा पैसे वसूल किए। उन्होंने कहा रुपए ज़्यादा देकर भी सीट रिजर्व नहीं की गई और 2-2 लोगों को जबरन बिठाया गया। गुरदासपुर से कटिहार डिस्ट्रिक्ट जाने वाले एक प्रवासी ने बताया कि बस को होशियारपुर में भी रोका गया था, जिसके बाद अब उन्हें जलंधर में रोककर बस से नीचे उतारा गया है। बस में 100 से ज़्यादा लोग सफ़र कर रहे हैं। उन्होंने आरोप लगाया कि प्राइवेट बस वाले 2000 से 3000 तक सवारी का भाड़ा ले रहे हैं और कोई टिकट भी नहीं दे रहे। ਬੱਸਾਂ ਇੱਕ ਰੋਡਵੇਜ਼ ਇੱਕ ਦੂਸਰੇ ਪ੍ਰਾਈਵੇਟ ਬੱਸ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ 80 ਸਵਾਰੀਆਂ ਲੱਗੀਆਂ ਸੀ। ਇਹਨਾਂ ਨੂੰ ਅਸੀਂ ਥਾਣੇ ਲੈ ਗਏ। ਹੁਣ ਥਾਣੇ ਜਾ ਕੇ 110 ਤੇ ਪਰਚਾ ਦੇਣ ਲੱਗੇ। ਇਹ ਬੱਸਾਂ ਪਤਾ ਲੱਗਿਆ ਕਿਹਨਾਂ ਦੀ ਕਿਹੜੀ ਕੰਪਨੀ ਦੇ ਸੀਗੀਆਂ? ਆਪਣੇ ਇੱਕ ਤਾਂ ਪੰਜਾਬ ਰੋਡਵੇਜ਼ ਦੀ ਆ ਤੇ ਇੱਕ ਇੱਥੇ ਲੋਕਲ ਆ ਪ੍ਰਾਈਵੇਟ ਕੰਪਨੀ ਦੀ। ਤੇ ਦੋਨਾਂ ਦੇ ਕਿੰਨੇ ਬੰਦੇ ਸੀਗੇ? ਦੋਨਾਂ ਦੇ ਜਿਹੜੀ ਪ੍ਰਾਈਵੇਟ ਬੱਸ ਆ ਉਹਦੇ ਵਿੱਚ 80 ਸੀਗੇ, ਦੂਸਰੇ 'ਚ ਕੋਈ ਆਪਣੇ 40 ਬੰਦੇ ਸੀ। जलंधर से नरेंद्र गुप्ता की रिपोर्ट। बठिंडा सरकारी कैंसर अस्पताल में कैंसर पीड़ितों और उनके परिजनों को आ रही मुश्किलों को लेकर उनकी ओर से आज बठिंडा डिप्टी कमिश्नर को मांग पत्र सौंपा गया। साथ ही अस्पताल को आइसोलेशन सेंटर न बनाने की मांग रखी गई। कैंसर पीड़ितों के परिवार वालों ने बताया कि कैसे सरकारी अस्पताल को आइसोलेशन वार्ड बना दिया गया है और कोरोना पीड़ितों को वहां दाखिल कर लिया गया है, लेकिन जिन कैंसर पीड़ितों का इलाज उसी अस्पताल में चल रहा था उन्हें अस्पताल मैनेजमेंट की ओर से बाहर निकाला जा रहा है। कोई ट्रीटमेंट नहीं किया जा रहा। कीमोथेरेपी रेडियोथेरेपी कैंसर पीड़ितों की होने वाली है। कीमोथेरेपी और रेडियोथेरेपी के तौर पे कैंसर पीड़ितों को इलाज दिया जाता था। कई कैंसर पीड़ितों का समय भी गुजर गया है, लेकिन प्रॉपर इलाज नहीं मिल रहा, जिसके कारण 150 से 200 परिवारों को मुश्किलों का सामना करना पड़ रहा है। मैं मनीष जोशी जी, कैंसर पेशेंट्स एसोसिएशन यूनियन। मतलब गवर्नमेंट ने पंजाब गवर्नमेंट ने ਜਿਹੜੇ कैंसर रिसर्च इंस्टीट्यूट सी सरकारी हस्पताल मालवा बेल्ट का वो टेक ओवर कर लिया पिछले साल की तरह। जिवें पिछले साल इन्होंने कोविड के मतलब पहली लहर दौरान इन्होंने कब्जा किया सी, जिहदी वजह नाल मतलब कई पेशेंट्स मतलब सफ़र किया जिन्होंने तो एक्सपायर हो गए सी, उन्हों की मौत हो गई सी। अच्छा हुण फिर जो दूजी लहर चली है उस वेले फिर मतलब उस टाइम ते बलबीर सिद्धू साहब जिहड़े मानयोग अपने हैल्थ मिनिस्टर ने उन्होंने पिछले साल कैंसर पेशेंट को रिलीफ देंदे हुए वो कोविड अस्पताल मतलब जिहड़ा उत्थों हटा के ते कैंसर रिज्यूम करता सी। लेकिन इस साल फिर डिप्टी कमिश्नर साहब ने इत्थों की एडमिनिस्ट्रेशन ने समझ नहीं आता भी कैंसर पेशेंट्स नाल की दुश्मनी है इन्हां दी
ਜਿਹੜਾ ਇਹ ਬਾਰ-ਬਾਰ ਉਹਨੂੰ ਮਤਲਬ ਜਿਹੜਾ ਕੈਂਸਰ ਪੇਸ਼ੈਂਟਸ ਦੀ ਸਰਜਰੀਜ਼ ਇਸ ਵੇਲੇ ਰੋਕੀਆਂ ਹੋਈਆਂ, ਕੈਮੋਥੈਰੇਪੀ ਰੋਕੀ ਹੋਈ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਰੇਡੀਏਸ਼ਨਸ ਵਗੈਰਾ ਜੋ ਵੀ ਹੈ ਸਾਰਾ ਮਤਲਬ ਉੱਥੇ ਕੈਂਸਰ ਪੇਸ਼ੈਂਟ ਨੂੰ ਮਰਨ ਵਾਸਤੇ ਉਹਦੇ ਹਾਲ 'ਤੇ ਛੱਡਤਾ ਗਿਆ। ਸਰਜਰੀ ਵਾਸਤੇ ਕਿਹਾ ਜਾ ਰਿਹਾ ਕਿ ਆਕਸੀਜਨ ਨਹੀਂ ਹੈ ਸਾਡੇ ਕੋਲ, ਠੀਕ है ना जी। अच्छा, मतलब कैंसर पेशेंट्स कितने जाएंगे। बठिंडा से जुगनू शर्मा की रिपोर्ट। जालंधर के बस स्टैंड पर कल शाम एक शराबी पुलिस वाले ने खूब हंगामा किया। पुलिस वाले ने पहले बस स्टैंड पर खड़े यूपी बिहार के मजदूरों को धमकाना शुरू किया और फिर उनका साथ देने वाले यात्रियों ने उसे घेर लिया और पुलिस बुला ली। पुलिस अफसरों ने उसकी मेडिकल जांच करवाकर कार्रवाई करने की बात कही। जालंधर बस स्टैंड में लगातार कुछ लोगों से बहस कर रहे इस पुलिस वाले का नाम है हेड कांस्टेबल सुरिंदर पाल और ये फगवाड़ा में तैनात है। शराब पिए हुए इस हवलदार ने खुले में पेशाब शुरू कर दिया तो अपने परिवार के साथ खड़े प्रवासी मजदूरों ने आपत्ति जताई तो यह उन्हें गालियां निकालने लगा और धमकाने लगा। लेकिन ये उस समय मुश्किल में आ गया जब स्थानीय लोगों ने इसे घेर लिया। लेकिन जब इसे समझ में आ गया कि अब इसे निकलना मुश्किल है तो बीच बीच में तरले मारने लगा। लेकिन लोगों ने पुलिस बुलाकर इसको उसके हवाले कर दिया। शराब पिए हुए बेमतलब बातें कर रहा था। एक मुलाजम हेड कांस्टेबल सुरिंदर पाल ਦੀ ਡਿਊਟੀ IRP ਕਪੂਰਥਲਾ ਵਿੱਚ ਸੀਗੀ। ਉਤੋਂ ਕਿਤੇ ਆਇਆ ਅੱਜ ਬੱਸ ਸਟੈਂਡ ਦੇ ਉੱਤੇ, ਇਹਨੇ ਕੋਈ ਇੱਥੇ ਮੁਲਾਜ਼ਮ ਕੋਈ ਪਬਲਿਕ ਦੇ ਬੰਦੇ ਸੀ, ਉਹਨਾਂ ਨੇ ਕੋਈ ਮਾੜਾ ਚੰਗਾ ਉੱਚੀ ਨਹੀਂ ਬੋਲ ਪਿਆ। ਉਹਨਾਂ ਕੋਲ ਨਸ਼ਾ ਕੋਈ ਚੀਜ਼ ਕੀਤੀ ਲੱਗਦੀ ਹੈ, ਜਿਨ੍ਹਾਂ ਦਾ ਮੈਡੀਕਲ ਕਰਾ ਕੇ ਉਹਨਾਂ ਦੇ ਸੀਨੀਅਰ ਅਫਸਰਾਂ ਨੂੰ ਰਿਪੋਰਟ ਬਣਾ ਕੇ ਭੇਜੀ ਜਾਊਗੀ ਅਗਲੀ ਪਤਾ ਕਿੱਥੇ ਚਨਾਰਤੀ ਕਿਹੜੀ ਜਗ੍ਹਾ ਤੇ ਇਹ ਕਪੂਰਥਲੇ IRP। ਤੇ ਸਰ ਲੋਕਾਂ ਵੱਲੋਂ ਲੋਕਾਂ ਨੇ ਤੁਹਾਨੂੰ ਜਾਣ ਦਿੱਤੀ ਹੈ, ਲੋਕਾਂ ਵੱਲੋਂ ਕਿਹਾ ਕਿ ਕਿਹਾ ਵਾ ਉਹਨੇ ਉੱਤੇ ਹੰਗਾਮਾ ਕਰ ਰਿਹਾ। वो चेक कर देना, मेडिकल करा रहे हैं, मेडिकल करा के जो बनती कार्रवाई करें। जालंधर से नरेंद्र गुप्ता की रिपोर्ट। सरकार द्वारा इस बार आंगनवाड़ी केंद्रों में बच्चों और माताओं को भेजे जाने वाले राशन बहुत ही खराब गुणवत्ता के हैं। अब मीडिया विभाग द्वारा चीनी बदलने की बात कर रहा है। सरकार द्वारा इस बार आंगनवाड़ी केंद्रों में माताओं और बच्चों को भेजी जाने वाली चीनी बहुत खराब गुणवत्ता की है। यह शक्कर गीली होने के कारण गांठ बन गई है। आंगनवाड़ी कर्मचारी संघ के राज्य अध्यक्ष हरगोबिंद कौर ने कहा कि चीनी 2 महीने पहले आ गई थी और श्रमिकों ने इसे लेने से इनकार कर दिया था। हाँ जी, ਜਿਹੜੀ ਸਮੱਸਿਆ ਸਾਨੂੰ ਆਂਗਣਵਾੜੀ ਕੇਂਦਰਾਂ ਦੇ ਵਿੱਚ ਆਈ ਹੈ ਕਿ ਜਿਹੜੀ ਸਾਡੇ ਕੋਲ ਰਾਸ਼ਨ ਦੀ ਸਪਲਾਈ ਹੈ, ਅਸੀਂ ਬੈਨੀਫੀਸ਼ਰੀ ਨੂੰ ਰਾਸ਼ਨ ਦਿੰਦੇ ਹਾਂ ਬੱਚਿਆਂ ਨੂੰ, ਮਾਵਾਂ ਨੂੰ, ਤਾਂ ਉਹਦੇ 'ਚ ਹੁਣ ਸਮੱਸਿਆ ਇਹ ਆ ਰਹੀ ਹੈਗੀ ਕਿ ਕਦੇ ਸਰਕਾਰ ਸਾਨੂੰ ਰਾਸ਼ਨ ਦਿੰਦੀ ਨਹੀਂ ਹੈਗੀ। ਜਿਵੇਂ ਪਿੱਛੇ ਕੋਵਿਡ ਚੱਲਿਆ, ਵਿੱਚੋਂ ਕਦੇ ਰਾਸ਼ਨ ਆ ਗਿਆ ਕਦੇ ਨਾ ਆ ਗਿਆ, ਤੇ ਲੋਕ ਸਾਡੇ ਕੋਲੇ ਰਾਸ਼ਨ ਮੰਗਣ ਵਾਸਤੇ ਆਉਂਦੇ ਆ ਕਿ ਸਾਨੂੰ ਰਾਸ਼ਨ ਦਿਓ। ਆਂਗਣਵਾੜੀ 'ਚ ਸਾਡੇ ਬੱਚਿਆਂ ਦਾ ਰਾਸ਼ਨ ਆਇਆ, ਮਾਵਾਂ ਦਾ ਰਾਸ਼ਨ ਆਇਆ। ਸਾਡੇ ਕੋਲੇ ਜਦੋਂ ਰਾਸ਼ਨ ਨਹੀਂ ਹੁੰਦਾ ਅਸੀਂ ਉਹਨਾਂ ਨੂੰ ਦੇ ਨਹੀਂ ਪਾਉਂਦੇ, ਤੇ ਜੇ ਰਾਸ਼ਨ ਸਰਕਾਰ ਭੇਜਦੀ ਹੈ ਤਾਂ ਵਧੀਆ ਨਹੀਂ ਹੁੰਦਾ। ਜਿਵੇਂ ਹੁਣ ਖੰਡ ਦੀ ਸਮੱਸਿਆ ਆ ਗਈ ਹੈ ਸਾਡੇ ਕੋਲੇ ਕਿ ਖੰਡ ਬਹੁਤ ਖਰਾਬ ਆਈ ਹੈ, ਤੇ ਜੇ ਅਸੀਂ ਲੋਕਾਂ ਨੂੰ ਖੰਡ ਦਿੰਦੇ ਆ ਤਾਂ ਲੋਕ ਸਾਡਾ ਜਲੂਸ ਕੱਢਦੇ ਆ। ਇਹ ਕਹਿੰਦੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਰਕਾਰ ਨੇ ਰਾਸ਼ਨ ਮਾੜਾ ਭੇਜਿਆ। ਉਹ ਕਹਿੰਦੇ ਕਿ ਆਂਗਣਵਾੜੀ ਵਰਕਰ ਨੇ ਸਾਨੂੰ ਖਰਾਬ ਖੰਡ ਦਿੱਤੀ ਹੈ ਜੀ, ਤੇ ਲੋਕ ਸਾਡੇ ਨਾਲ ਕਲੇਸ਼ ਕਰਦੇ ਆ। ਤੇ ਹੁਣ ਆ ਖੰਡ ਅਸੀਂ ਦਿਖਾਉਣਾ ਚਾਹੁੰਦੇ ਆ ਕਿ ਪੰਜਾਬ ਦੇ ਜਿਹੜੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਜਿੱਥੇ ਅਸੀਂ ਖੁਦ ਕੰਮ ਕਰ ਰਹੇ ਹੈਗੇ ਆ, ਆਹ ਹਾਲ ਹੈਗਾ ਕਿ ਖੰਡ ਜਿਹੜੀ ਹੈਗੀ ਆ ਬਿਲਕੁਲ ਖਰਾਬ ਖੰਡ ਹੈ। 2 ਮਹੀਨੇ ਪਹਿਲਾਂ ਆਈ ਹੋਈ ਖੰਡ ਹੈ, ਤੇ ਅਸੀਂ ਡਿਪਾਰਟਮੈਂਟ ਨਾਲ ਉਦੋਂ ਗੱਲ ਕੀਤੀ DPO ਨਾਲ ਕਿ ਸਾਨੂੰ ਖੰਡ ਦਿਓ, ਕਿਉਂਕਿ ਅਸੀਂ ਸਾਡਾ ਰਾਸ਼ਨ ਪੈਂਡਿੰਗ ਚੱਲ ਰਿਹਾ ਹੈਗਾ ਕਿ ਕਣਕ, ਚੌਲ, ਦੁੱਧ ਖੰਡ ਤੋਂ ਬਿਨਾਂ ਕਿਸੇ ਕੰਮ ਦੇ ਨਹੀਂ ਹੈਗੇ। ਘਿਓ ਵੀ ਹੈਗਾ ਸੀ ਸਾਡੇ ਕੋਲ, ਤੇ ਸਾਨੂੰ ਇਹ ਕਿਹਾ ਗਿਆ ਕਿ ਅਸੀਂ ਤੁਹਾਨੂੰ ਜਿਹੜਾ ਹੈਗਾ ਇਹ ਖੰਡ ਖਰਾਬ ਆ ਗਈ, ਅਸੀਂ ਚੇਂਜ ਕਰਕੇ ਤੁਹਾਨੂੰ ਦੇਵਾਂਗੇ। ਪਰ 2 ਮਹੀਨੇ ਵੇਟ ਕਰਾਉਣ ਤੋਂ ਬਾਅਦ ਵੀ ਉਹੀ ਖੰਡ ਜਿਹੜੀ ਉਹ ਆਂਗਣਵਾੜੀ ਕੇਂਦਰਾਂ 'ਚ ਪਹੁੰਚਾ ਦਿੱਤੀ ਹੈ, ਤੇ ਅਸੀਂ ਹੁਣ ਉਹੀ ਖੰਡ ਬੈਨੀਫੀਸ਼ਰੀ ਨੂੰ ਦੇਣ ਲਈ ਮਜਬੂਰ ਹਾਂ, ਜਿਹੜੀ ਬਿਲਕੁਲ ਇਹ ਕਹਿ ਲਓ ਕਿ ਖੰਡ ਜਿਹੜੀ ਉਹ ਖਾਣ ਦੇ ਯੋਗ ਨਹੀਂ ਹੈਗੀ। ਉਹ ਖੰਡ ਨੂੰ ਇਹ ਪਸ਼ੂਆਂ ਦੇ ਪਾਉਣ ਦੇ ਯੋਗ ਹੈਗੀ ਆ, ਬੰਦਿਆਂ ਦੇ ਖਾਣ ਦੇ ਯੋਗ ਨਹੀਂ ਹੈਗੀ। ਪਰ ਡਿਪਾਰਟਮੈਂਟ ਹੈ ਜਿਹੜਾ ਉਹ ਆਪਣੀ ਗੱਲ ਤੇ ਅੜਿਆ ਹੋਇਆ ਬਜਿੱਦ ਹੈਗਾ। ਅਸੀਂ ਉਹਨਾਂ ਨਾਲ ਗੱਲ ਵੀ ਕਰ ਲਈ, ਮੈਸੇਜ ਵੀ ਕੀਤੇ, ਉਹਨਾਂ ਨੂੰ ਕਿਹਾ ਵੀ, ਪਰ ਕੋਈ ਟਸ ਤੋਂ ਮਸ ਨਹੀਂ ਹੋਇਆ। ਸਰ ਸਾਰੇ ਸੈਂਟਰਾਂ ਦੇਖੋ ਜੀ, ਆਹ ਇੱਕ ਸੈਂਟਰ 'ਚ ਅਸੀਂ ਖੜੇ ਹਾਂ, ਬਾਕੀ ਆਹ ਸੈਂਟਰਾਂ ਦੇ ਵਿੱਚ ਸਾਡੇ ਕੋਲੇ ਆਹ ਫੋਟੋ ਹੈਗੀਆਂ ਕਿ ਬਹੁਤ ਸਾਰੇ ਸੈਂਟਰ ਹੈ ਜਿਨ੍ਹਾਂ ਦੀ ਆਹ ਹਾਲ ਹੈ। ਇੱਦਾਂ ਦੇ ਸਾਰੇ ਸੈਂਟਰਾਂ ਦੇ ਵਿੱਚ ਇਹੀ ਕੁਛ ਹੈਗਾ। श्री मुक्तसर साहिब से सोनू खेड़ा की रिपोर्ट। पंजाब सरकार की तरफ से हर रोज़ कोई ना कोई हिदायतें दुकानदारों के लिए आती हैं, जिसके चलते दुकानदार वर्ग भी दुखी देखने को मिल रहा है। पंजाब सरकार का फैसला आया था कि जरूरी सामान की दुकानें खुलेंगी, जिसके चलते नए फैसले में कुछ और भी दुकानें खोल दी गई हैं। लेकिन होजरी, मुनियारी या कॉस्मेटिक सामान की बात करें तो अभी भी फैसला नहीं आया, जिसके चलते गुरदासपुर के बटाला में इन दुकानदारों ने इकट्ठे होकर बड़े मॉलों को बंद करवाना शुरू किया। मौके पर पहुंची पुलिस ने स्थिति को देखते हुए मॉल बंद करवाए और बताया कि ईजी डे और मॉल के मालिक पर बनती कानूनी कार्रवाई की जाएगी। ਅਸੀਂ ਜੀ ਮਨਿਆਰੀ ਵਾਲੇ ਐਸੋਸੀਏਸ਼ਨ ਵਾਲੇ ਤੇ ਹੌਜ਼ਰੀ ਐਸੋਸੀਏਸ਼ਨ ਵਾਲੇ ਇੱਥੇ ਸਾਰੇ ਭਰਾ ਬੰਧੂ ਇਕੱਠੇ ਹੋਏ ਆ। ਮਸਲਾ ਇਹ ਅੱਜ ਸਵੇਰ ਦਾ ਸਾਡੇ ਨਾਲ ਇੱਕ ਡਰਾਮਾ ਚੱਲ ਰਿਹਾ ਹੈ। ਕੱਲ ਦਾ ਮੀਟਿੰਗ ਦੇ ਵਿੱਚ ਮਾਨਯੋਗ DC ਸਾਹਿਬ ਨੇ ਕਿਹਾ ਸੀਗਾ
ਕਿ ਤੁਸੀਂ 85% ਦੁਕਾਨਾਂ ਬੰਦ ਰੱਖੋਗੇ, ਸਾਨੂੰ ਰਾਹਤ ਮਿਲ ਜਾਏਗੀ ਕੋਵਿਡ ਨੂੰ ਨਿਯੰਤਰਿਤ ਕਰਨ 'ਚ। ਅਸੀਂ ਮਾਨਯੋਗ ਡੀਸੀ ਸਾਹਿਬ ਦੀਆਂ ਜੋ ਹੁਕਮ ਸੀਗੇ, ਅਸੀਂ ਉਹਨਾਂ ਹੁਕਮਾਂ ਦੇ ਉੱਤੇ ਮੋਹਰ ਲਾ ਕੇ ਆਏ ਕਿ ਸਰ ਸਾਡੇ ਵੱਲੋਂ ਗਰੰਟੀ ਆ ਇੱਕ ਮਨਿਆਰੀ ਦੀ ਦੁਕਾਨ ਬਟਾਲੇ 'ਚ ਨਹੀਂ ਖੁੱਲੇਗੀ। ਤੁਸੀਂ ਵੀ ਦਵਾ ਵਾ, ਤੁਸੀਂ ਵੀ ਵੇਖ ਸਕਦੇ ਹੋ, ਸਿੰਗਲ ਦੁਕਾਨ ਬਟਾਲੇ 'ਚ ਮਨਿਆਰੀ ਅੱਜ ਨਹੀਂ ਖੁੱਲੀ। ਪਰੰਤੂ ਉਹਦੇ ਬਾਵਜੂਦ ਸਾਨੂੰ ਪਤਾ ਲੱਗਾ ਕਿ ਜਲੰਧਰ ਰੋਡ ਵਾਲਾ ਜਿਹੜਾ ਮੋੜ ਆ ਵਾਲੀਆ ਸਕੈਨਿੰਗ ਸੈਂਟਰ ਦੇ ਨਾਲ ਇਹ ਓਪਨਲੀ ਮਨਿਆਰੀ ਸਮਾਨ ਵੇਚ ਰਿਹਾ। ਅਸੀਂ ਆਪਣਾ ਇੱਕ ਦੁਕਾਨਦਾਰ ਭਰਾ ਵਿੱਚ ਭੇਜਿਆ ਜੀ, ਉਹਨੇ ਉੱਥੋਂ ਸਮਾਨ ਲਿਆ, ਬੋਡੀ ਲੋਸ਼ਨ ਲਏ, ਪਰਫਿਊਮ ਲਏ, ਉਹਦਾ ਬਿੱਲ ਕਟਾਇਆ। ਹੋਰ ਵੀ ਜੋ ਸਮਾਨ ਹੋਏਗਾ WhatsApp ਸਾਡੇ ਕੋਲ ਪ੍ਰੋਪਰ ਬਿੱਲ ਆ, ਸਮਾਨ ਵੀ ਸਾਡੇ ਕੋਲ ਪਿਆ, ਬੈਚ ਨੰਬਰ ਤੁਸੀਂ ਉਹਨੂੰ ਸਕੈਨ ਕਰ ਸਕਦੇ ਹੋ। ਇਹ ਨਹੀਂ ਕਹਿ ਸਕਦੇ ਕਿ ਸਮਾਨ ਕਿਤੋਂ ਸਾਡੇ ਕੋਲ ਅੱਜ ਦੀ ਡੇਟ ਦੇ ਬਿੱਲ ਵੀ ਨਾ ਦੇ ਗਏ ਆ। ਇਹਨਾਂ ਨੇ ਜੋ ਵੇਚਿਆ, ਅਸੀਂ ਮਾਨਯੋਗ ਡੀਸੀ ਸਾਹਿਬ ਦੇ ਫਿਰ ਨੌਲੇਜ 'ਚ ਗੱਲ ਆਉਂਦੀ ਕਿ ਸਰ ਇਹ ਕਾਰਵਾਈਆਂ ਉੱਥੇ ਹੋਣ ਰਹੀਆਂ ਨੇ। ਉਸ ਤੋਂ ਬਾਅਦ ਉਹਨਾਂ ਨੇ SDM ਸਾਹਿਬ ਨੂੰ ਕਿਹਾ ਕਿ ਤੁਸੀਂ ਜਾਓ, ਜਾ ਕੇ ਉੱਥੇ ਚੈਕਿੰਗ ਕਰੋ, जो भी बनती कार्रवाई करो। गुरदासपुर से जितेंद्र कुंडल की रिपोर्ट। कल लुधियाना भाजपा ने ममता बनर्जी सरकार के खिलाफ किया रोष प्रदर्शन, कहा हमारे वर्करों पर हो रहे हैं अत्याचार। कल लुधियाना के जिला अध्यक्ष पुष्पिंदर सिंघल की अगुवाई में बंगाल हिंसा पर 95 वार्डों में कोरोना महामारी को ध्यान में रखते हुए धरना दिया गया। भाजपा नेता पुष्पिंदर सिंघल, परवीन बंसल, नीरज वर्मा, पार्षद यशपाल और अन्य बीजेपी कार्यकर्ताओं की ओर से अपने वार्डों में ममता बनर्जी के खिलाफ हाथ में तख्तियां पकड़कर रोष प्रदर्शन किया गया, जिसमें उन्होंने कहा कि भाजपा नेताओं के टीएमसी के गुंडे अत्याचार कर रहे हैं। इस दौरान बीजेपी के सीनियर नेता व स्पोक्स पर्सन अनिल सरीन ने कहा कि ममता बनर्जी जीतने के बाद बुखला गई है और टीएमसी के गुंडों द्वारा भाजपा के कार्यकर्ताओं पर हमले किए जा रहे हैं, जिससे कई कार्यकर्ताओं की मौत भी हो चुकी है। इस दौरान उन्होंने कहा कि हम इस मामले संबंधी केंद्र सरकार को दखल देने की अपील करते हैं और दोषियों पर कार्रवाई करने की भी अपील करते हैं। बीजेपी के जिला प्रधान पुष्पिंदर सिंघल ने ममता सरकार को घेरते हुए कहा कि बीजेपी कार्यकर्ताओं पर हमला किया जा रहा है, जो कि कतई बर्दाश्त नहीं किया जाएगा। लगभग 10 भाजपा कार्यकर्ताओं की हत्या करती। इतना ही नहीं, बंगाल के अंदर भाजपा कार्यकर्ताओं के घरों में अग लग गई, महिला कार्यकर्ताओं नाल बलात्कार किया गया और उसके अलावा भारतीय जनता पार्टी के दफ्तर साड़े गए और निरंतर जारी है। कुछ भारतीय जनता पार्टी के कार्यकर्ताओं को अपनी जान बचाने वास्ते भज के असम भी जाना पिया। उस दे खिलाफ अज ये जिहड़ा प्रदर्शन है असीं कर रहे हैं। बंगाल के अंदर जिस भयावह वातावरण के अंदर भारतीय जनता पार्टी के कार्यकर्ता ने चुनाव लड़िया, पार्टी को एक अच्छा मुकाम हासिल कराया, 3 तो 76 तक ले गए और लगभग 43% वोट उन्होंने मिली। इसे गल तो डरते हुए TMC ये समझती है कि भारतीय जनता पार्टी किते होर अगे ना बढ़े, उहदे कार्यकर्तावां नूं हत्या करके घरां ते हमले करके दफ्तर चला के दबाया जा सकता है। सो ये होने वाला नहीं। भारतीय जनता पार्टी का कार्यकर्ता ना डरता है, ना थकता है, ना चुकता है। पूरी तरह डट के बंगाल का कार्यकर्ता खड़ा है और उन्होंने हक दे विच अज पूरे पंजाब के अंदर जगह जगह ये कार्यक्रम हो रहे हैं कि जिहड़ी ये नंगा नाच पश्चिम बंगाल के अंदर गुंडिया ने किया, उत्थे कतलेआम किया, लोकतंत्र की हत्या की उत्थे और उत्थे राष्ट्रपति राज लगाना चाहिए और जिन्हों ने उत्थे कतलेआम किया उन्होंने फड़ के जेलों च देना चाहिए। यही जे किते होर हो जाता हुणों विपक्ष सारा तिल मिला उठना सीगा नरेंद्र मोदी के खिलाफ। अज वो विपक्ष, वो कांग्रेस, वो कम्युनिस्ट कित्थे ने जिहड़े देखते पे अखा बंद करके बैठे ने और पश्चिम बंगाल के अंदर कतलेआम हो रहा है। लुधियाना से कैमरामैन सलमान के साथ पलक की रिपोर्ट। लुधियाना के मॉडल टाउन स्थित एक डिस्पेंसरी में हर रोज की तरह कोरोना वैक्सीनेशन को लेकर कैंप का आयोजन किया गया। इस कैंप में डॉक्टर की टीम लगभग 150 लोगों को वैक्सीन लगाई और इस मौके पर डॉक्टर हरमन कौर सिद्धू UPHC ने मॉडल टाउन के मोहल्ला निवासियों व कुछ लोगों के सहयोग से इस कैंप की शुरुआत की और उन्होंने कहा कि दिन ब दिन कोरोना बढ़ रहा है, लोग अभी भी इस बीमारी को हल्के में ले रहे हैं। अगर अभी भी इस बीमारी के प्रति गंभीर ना हुए तो आने वाले दिनों में इसके परिणाम काफ़ी गंभीर होंगे। मेरा नाम डॉक्टर हरमन सिद्धू है, मैं मेडिकल ऑफिसर है UPHC मॉडल टाउन। इतने साढ़े वैक्सीनेशन कैंप नहीं है, रोज़ ही वैक्सीनेशन होंगी है, इंक्लूडिंग एतवार को भी। तो लोगों को होर अगे वध के आना चाहिए वैक्सीन लगवान। बट हले की घड़ी साढ़े कोवैक्सीन लग रही है तो 45 तो उपर वाला एज ग्रुप असी पहला कवर कर रहे हैं।
ਸਾਨੂੰ ਹਦਾਇਤਾਂ ਇਹੀ ਦਿੱਤੀਆਂ ਗਈਆਂ ਸਰਕਾਰ ਵੱਲੋਂ ਕਿ ਪਹਿਲਾਂ 45 ਤੋਂ ਉੱਪਰ ਕੋਮੋਰਬਿਡ ਲੋਕਾਂ ਨੂੰ ਕਵਰ ਕਰੋ ਤੇ ਇਹੀ ਚੱਲ ਰਿਹਾ ਹੈਗਾ। ਜਿਹੜੇ ਵੈਕਸੀਨ ਲਗਾਉਣ ਤੋਂ ਡਰ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹਲੇ ਤੱਕ ਨਹੀਂ ਲਵਾ ਰਹੇ ਆ ਕੇ? ਅਸੀਂ ਇਹੀ ਕਹਿਣਾ ਚਾਹਾਂਗੇ ਵੀ ਇਸ ਵੈਕਸੀਨ ਨਾਲ ਕੋਈ ਖਤਰਾ ਨਹੀਂ। ਦੇਖੋ ਮੇਰੇ ਕੋਲ ਰੋਜ਼ 300 350 ਦੀ ਗਿਣਤੀ 'ਚ ਬੰਦਾ ਆ ਰਿਹਾ ਵੈਕਸੀਨ ਲਗਵਾਉਣ। ਲੋਕ ਹੁਣ ਰਾਦਰ ਜ਼ਿਆਦਾ ਜਾਗਰੂਕ ਹੋ ਰਹੇ ਇਸ ਬਾਰੇ, ਤੇ ਜਿਹੜੇ ਨਹੀਂ ਹੋ ਰਹੇ ਉਹਨਾਂ ਨੂੰ ਵੀ ਮੈਂ ਇਹ ਕਹੂੰ ਵੈਕਸੀਨ ਨਾਲ ਕੋਈ ਖਤਰਾ ਨਹੀਂ ਹੈ। ਜ਼ਿਆਦਾ ਤੋਂ ਜ਼ਿਆਦਾ 1-2 ਦਿਨ ਬੁਖਾਰ ਚੜ੍ਹਦਾ ਹੈਗਾ, ਔਰ ਆਪਾਂ ਨੂੰ ਕੋਈ ਇੱਥੇ ਦੇਖੋ ਕੋਈ ਕਦੇ ਮੇਰੇ ਸਾਹਮਣੇ 3 ਮਹੀਨੇ ਹੋ ਗਏ ਸਾਨੂੰ ਵੈਕਸੀਨ ਲਗਵਾਉਂਦਿਆਂ ਨੂੰ, ਕੋਈ ਟੱਚਵੁੱਡ ਸਵੇਅਰ ਕੇਸ ਨਹੀਂ ਹੋਇਆ, ਨਾ ਹੀ ਹੋਏਗਾ, ਇਹੀ ਉਮੀਦ ਹੈ। ਤੇ ਵੈਕਸੀਨ ਦਾ ਫਾਇਦਾ ਇਹ ਹੈ ਕਿ ਜੇ ਤੁਹਾਨੂੰ ਕਦੇ ਕੋਵਿਡ ਹੋ ਵੀ ਗਿਆ ਤਾਂ ਐਟਲੀਸਟ ਤੁਸੀਂ सीरियस नहीं होवोगे तो जल्द तो जल्द ठीक हो जाओगे। लुधियाना से सोनी यादव के साथ विकास भांभरी की रिपोर्ट। आज लुधियाना के वार्ड नंबर 80 और 81 में कोरोना वैक्सीनेशन कैंप लगाया गया और वहां पे लोगों को कोरोना की वैक्सीनेशन लगाई गई। आइए आपको दिखाते हैं वहां की कुछ झलकियां। देखो जो छोटा बेबी ਹੁੰਦਾ ਹੈਗਾ ਅਸੀਂ ਉਦੋਂ ਵੀ ਇੰਜੈਕਸ਼ਨ ਲਗਵਾਉਂਦੇ ਹੈਗੇ ਆ, ਠੀਕ ਹੈ ਨਾ। ਉਹਦੇ ਵਿੱਚ ਕੀ ਹੁੰਦਾ ਫੀਵਰ ਬੁਖਾਰ ਤਾਂ ਉਦੋਂ ਵੀ ਬੱਚੇ ਨੂੰ ਹੁੰਦਾ ਹੈਗਾ ਵਾ, ਤੇ ਇਹਦੇ ਵਿੱਚ ਹਲਕੇ ਫੁਲਕੇ ਸਿੰਪਟਮ ਹੁੰਦੇ ਆ ਜਿਵੇਂ ਕਿ ਫੀਵਰ ਹੋ ਜਾਂਦਾ ਹੈਗਾ, ਬਬਲ ਸਾਊਂਡ ਅਪਸੈਟ ਹੋ ਜਾਂਦੇ ਆ, ਬੋਡੀ ਏਕ ਹੋਣ ਲੱਗ ਜਾਂਦੇ, ਪਰ ਉਹ ਤੋਂ ਇੰਨਾ ਡਰਨ ਵਾਲੀ ਗੱਲ ਨਹੀਂ ਹੈਗੀ, ਠੀਕ ਹੈ। ਤੇ ਇਹਦੇ ਫਾਇਦੇ ਹੀ ਫਾਇਦੇ ਆ, ਨੁਕਸਾਨ ਹਲੇ ਤੱਕ ਕੋਈ ਨਹੀਂ ਹੈਗਾ ਵਾ, ਕਿਉਂਕਿ ਕਰੋਨਾ ਇਹੋ ਜਿਹੀ ਮਹਾਮਾਰੀ ਹੈ ਤਾਂ ਹੀ ਅਸੀਂ ਇਹਨੂੰ ਕੰਟਰੋਲ ਕਰ ਪਾਵਾਂਗੇ ਜੇ ਅਸੀਂ ਮੈਡੀਸਨ ਲੈ ਪਾਵਾਂਗੇ ਪ੍ਰੋਪਰਲੀ। ਕੋਈ ਪਰਹੇਜ਼ ਵੀ ਦੱਸ ਦਿਓ ਪੇਸ਼ੈਂਟਸ ਨੂੰ। ਪਰਹੇਜ਼ ਇਹੀ ਹੈਗਾ ਵਾ ਜਦੋਂ ਵੀ ਕੋਈ ਮੈਡੀਸਨ ਬਾਹਰਲੀ ਖਾਂਦੇ ਸੀ ਉਹਨੂੰ ਅਵੋਇਡ ਕਰਦੇ, ਜਿਵੇਂ ਡੈਕਲੋਨ ਦਾ ਇੰਜੈਕਸ਼ਨ ਟੈਬਲੇਟ ਹੋ ਗਿਆ, ਵਾਵਰਨ ਹੋ ਗਿਆ, ਇਹਦੇ ਲਈ ਅਸੀਂ ਪੈਰਾਸੀਟਾਮੋਲ ਐਡਵਾਈਜ਼ ਹੀ ਕਰਦੇ ਹੈਗੇ ਆ। ਠੀਕ ਹੈ, ਅੰਡਰ ਆਬਜ਼ਰਵੇਸ਼ਨ ਵੀ ਰੱਖ ਦਿਓ ਪੇਸ਼ੈਂਟਸ ਨੂੰ। ਅੰਡਰ ਆਬਜ਼ਰਵੇਸ਼ਨ 30 ਮਿੰਟ ਤੱਕ ਅਸੀਂ ਅੰਡਰ ਆਬਜ਼ਰਵੇਸ਼ਨ ਰੱਖਦੇ ਹੈਗੇ ਆ। ਠੀਕ ਹੈ, ਲੋਕਾਂ ਨੂੰ ਅਪੀਲ ਇੱਕ ਛੋਟੀ ਜਿਹੀ ਤੁਹਾਡੇ ਵੱਲੋਂ। ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈਗੀ ਆ ਵੀ ਜੋ ਸਰਕਾਰ ਕਰਦੀ ਪਈ ਆ ਤੁਹਾਡੇ ਫਾਇਦੇ ਲਈ ਕਰ ਰਹੀ ਹੈਗੀ ਆ। ਇਹਦੇ ਵਿੱਚ ਇਹੀ ਹੈਗਾ ਵਾ ਵੀ ਜੇ ਅਸੀਂ ਵੱਧ ਤੋਂ ਚੜ੍ਹ ਕੇ ਇੰਜੈਕਸ਼ਨ ਲਗਵਾਵਾਂਗੇ, ਨੈਗੇਟਿਵਿਟੀ ਕਰਨੀ ਧਿਆਨ ਨਹੀਂ ਦੇਵਾਂਗੇ, ਪੋਜ਼ਿਟਿਵਿਟੀ ਕਰਨੀ ਦੇਵਾਂਗੇ, ਤਾਂ ਅਸੀਂ ਕੀ ਕਰਨਾ ਸੀ ਜਿਵੇਂ ਪਹਿਲਾਂ ਨੋਰਮਲ ਲਾਈਫ ਜਿਉਂਦੇ ਸੀ ਅਸੀਂ ਉਹਦੇ ਵਿੱਚ ਫਿਰ ਇਨਵੋਲਵ ਹੋ ਜਾਵਾਂਗੇ, ਨਹੀਂ ਤਾਂ ਬਿਮਾਰੀ ਇੰਨੀ ਵੱਧਦੀ ਜਾਏਗੀ ਕਿ ਸਾਤੋਂ ਕੰਟਰੋਲ ਵੀ ਨਹੀਂ ਹੋ ਪਾਏਗੀ। ਤੁਸੀਂ ਵੈਕਸੀਨੇਸ਼ਨ ਲਗਵਾ ਲਈ? ਨਹੀਂ, ਮੈਂ ਹੁਣ ਲਵਾਉਣੀ ਹੈ ਜੀ। ਬਹੁਤ ਹੀ ਵਧੀਆ ਸ਼ਲਾਘਾਯੋਗ ਕੰਮ ਹੈ ਜੀ ਜਿਹੜਾ ਇੱਥੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ ਕੋਵਿਡ ਤੋਂ ਬਚਾਉਣ ਲਈ, ਤੇ ਬਹੁਤ ਵਧੀਆ ਉਪਰਾਲਾ ਵਾ ਜਿਹੜਾ ਇੱਥੇ ਪ੍ਰਸ਼ਾਸਨ ਨੇ ਟੀਮ ਬਿਠਾਈ ਆ, ਬਹੁਤ ਵਧੀਆ ਕੰਮ ਕਰ ਰਹੀ ਆ ਤੇ ਇਹ ਸ਼ਲਾਘਾਯੋਗ ਹੈ। ਸਰਕਾਰ ਜਿਹੜਾ ਕੰਮ ਕਰ ਰਹੀ ਹੈ ਹਰ ਵਾਰਡ ਦੇ ਵਿੱਚ, ਲੁਧਿਆਣਾ ਸ਼ਹਿਰ ਦੇ ਵਿੱਚ ਹਰ ਮੁਹੱਲਿਆਂ ਦੇ ਵਿੱਚ ਵੈਕਸੀਨੇਸ਼ਨ ਕੈਂਪ ਲੱਗੇ ਹੋਏ ਆ, ਤਾਂ ਅਸੀਂ ਸ਼ਲਾਘਾਯੋਗ ਆ ਮਹਾਰਾਜ ਸਿੰਘ ਰਾਜੀ ਜੀ ਦਾ ਜੀ ਤੇ ਮੰਤਰੀ ਸਾਹਿਬ ਦਾ ਵੀ, ਜਿਨ੍ਹਾਂ ਨੇ बहुत ਵਧੀਆ ਉਪਰਾਲਾ ਕੀਤਾ जी। तो ये थे आज के धार्मिक एवं सामाजिक समाचार। कल फिर हाजिर होंगे। एकता को दीजिए इजाजत। जय जिनेंद्र।